ਬੀਜੇਪੀ ਪੱਖ ਦੇ ਵਿੱਚ ਹੈ ਕਿ ਨਹੀਂ ਹੈ? ਮੈਂ ਸਿੱਧਾ ਡਾਇਰੈਕਟ ਸਵਾਲ ਪੁੱਛ ਰਿਹਾ, ਕਾਸਟ ਬੇਸਡ ਮਰਦਮਸ਼ੁਮਾਰੀ ਦੇ ਬੀਜੇਪੀ ਪੱਖ 'ਚ ਹੈ ਕਿ ਨਹੀਂ ਹੈ? देखो गौरव जी, इस तरह है कि ਜਿਹੜਾ ਤੁਸੀਂ ਰਾਹੁਲ ਗਾਂਧੀ ਜੀ ਦਾ ਬਿਆਨ ਸੁਣਾਇਆ ਜੀ। ਰਾਹੁਲ ਗਾਂਧੀ ਜੀ ਦੇ ਬਿਆਨ ਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ, ਔਰ ਮੈਂ ਮੰਨਦਾ ਵਾ ਕਿ ਜਿਹੜਾ ਸੋ ਕਾਲਡ ਇੰਡੀਆ ਅਲਾਈਅੰਸ ਆ ਉਹਦੇ ਵਿੱਚ ਵੀ ਕੋਈ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦਾ। ਸਿਰਫ ਔਰ ਸਿਰਫ ਦਿੱਕਤ ਕੀ ਆ ਕਿ ਉਹ ਆਪਣੇ ਆਪ ਨੂੰ ਇਹਨਾਂ ਸਭ ਦਾ ਲੀਡਰ ਪ੍ਰੋਜੈਕਟ ਕਰਨਾ ਚਾਹੁੰਦੇ ਨੇ। ਤੁਸੀਂ ਇਹ ਦੇਖੋ, ਜਿਸ ਦਿਨ ਤੋਂ ਵੀ ਇਹਨਾਂ ਦਾ ਅਲਾਈਅੰਸ ਹੋਇਆ, ਰਾਹੁਲ ਗਾਂਧੀ ਜੀ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਕੁਝ ਐਸਾ ਦੇਵਾਂ ਕਿ ਇਹ ਸਾਰੇ ਮੇਰੇ ਮੁਤਾਬਕ ਚੱਲਣਗੇ। ਉਹ ਆਪਣੇ ਆਪ ਨੂੰ ਅਨਡਿਕਲੇਅਰਡ ਲੀਡਰ ਇੰਡੀਆ ਦਾ ਅਨਾਉਂਸ ਕਰਦੇ ਨੇ, ਜੋ ਵੀ ਇਹਨਾਂ ਦਾ ਅਲਾਈਅੰਸ ਹੈਗਾ। ਪਰ ਇਹਦੇ 'ਚ ਦਿੱਕਤ ਇਹ ਆ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਪਾਰਟੀ ਉਹਨਾਂ ਨੂੰ ਲੀਡਰ ਮੰਨਣ ਨੂੰ ਤਿਆਰ ਹੀ ਨਹੀਂ ਆ। ਤੇ ਰਾਹੁਲ ਗਾਂਧੀ ਜੀ ਨੇ ਕੀ ਬਿਆਨ ਦਿੱਤਾ ਕੀ ਨਹੀਂ ਦਿੱਤਾ, ਇਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਜਿਸ ਤੱਕ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਨੇ CWC ਦੇ ਵਿੱਚ ਪਾਸ ਕੀਤਾ ਕਿ ਜਿਹੜੇ ਇਹਨਾਂ ਦੇ ਸੂਬੇ ਨੇ ਉੱਥੇ ਇਹ ਜਾਤ ਦਾ ਜਨਗਣਨਾ ਹੋਏਗੀ। ਦੇਖੋ, ਜਦ ਜਨਗਣਨਾ ਕਰਨਾ ਕੇਂਦਰ ਸਰਕਾਰ ਦਾ ਕੰਮ ਆ, ਸੰਵਿਧਾਨ ਦੇ ਮੁਤਾਬਕ ਇਹ ਕੇਂਦਰ ਸਰਕਾਰ ਦਾ ਪ੍ਰੈਰੋਗੇਟਿਵ ਆ ਔਰ ਕੇਂਦਰ ਸਰਕਾਰ ਨੇ ਹੀ ਇਹਨੂੰ ਕਰਨਾ। ਤੇ ਇਹਦੇ ਤੇ ਆਪਾਂ ਆਪਣੀ ਜਿਹੜੀ ਸਟੇਟਸ ਨੂੰ ਕਹਿ ਕੇ ਕੋਈ ਡਿਸਕ੍ਰਿਮੀਨੇਸ਼ਨ ਕਾਸਟਿਜ਼ਮ ਦੀ ਕਰਨੀ ਦੇ ਲਈ ਜਨਗਣਨਾ ਕਰਵਾ ਕੇ ਕੁਝ ਆંકੜੇ ਰੱਖਣੇ, ਇਹ ਸਵਾਈ ਖੋਚੀ ਰਾਜਨੀਤੀ ਤੋਂ ਹੋਰ ਕੁਝ ਨਹੀਂ ਆ। ਦੇਖੋ, ਅਸੀਂ ਪਹਿਲਾਂ ਹੀ ਬੜੀ ਮੁਸ਼ਕਲ ਦੇ ਨਾਲ ਜਾਤੀਗਤ ਰਾਜਨੀਤੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਗਰੀਬ ਕਿਸੇ ਜਾਤੀ ਦਾ ਨਹੀਂ ਹੁੰਦਾ, ਗਰੀਬ ਗਰੀਬ ਹੁੰਦਾ ਹੈ ਔਰ ਕਿਸੇ ਜਾਤੀ ਦਾ ਵੀ ਹੋ ਸਕਦਾ ਹੈ। ਤੇ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਜਿਹੜੇ ਜਿਸ ਯੁੱਗ 'ਚ ਜੀ ਰਹੇ ਹਾਂ ਉੱਥੇ ਇਹੋ ਜਿਹੀ ਚੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ। ਔਰ ਜਿਹੜੇ ਚੀਫ ਮਿਨਿਸਟਰ ਨੇ, ਚਾਹੇ ਉਹ ਮੱਧ ਪ੍ਰਦੇਸ਼ ਵਾਲਿਆਂ ਨੇ ਕਰਾਈ ਹੈ ਜਾਂ ਇਹਨਾਂ ਦੇ ਉਹਨਾਂ ਨੇ ਕਰਾਈ ਹੈ, ਛੱਤੀਸਗੜ੍ਹ ਵਾਲਿਆਂ ਨੇ ਕਰਵਾਈ ਹੈ ਜਾਂ ਕਿਸੇ ਹੋਰ ਸਟੇਟ ਨੇ ਕਰਵਾਈ ਹੈ, ਤੁਸੀਂ ਨੂੰ ਸਮਝੋ ਕਿ ਉਹਨਾਂ ਦੇ ਕੋਲ ਐਸਾ ਕਰਨ ਦਾ ਸੰਵਿਧਾਨ ਮੁਤਾਬਕ ਕੋਈ ਅਧਿਕਾਰ ਹੀ ਨਹੀਂ ਹੈ। ਤੁਸੀਂ ਜਿਹੜੇ ਸੰਵਿਧਾਨ ਦੀ ਕਸਮ ਖਾ ਕੇ ਮੁੱਖ ਮੰਤਰੀ ਦੀ ਪੋਸਟ ਦਾ ਨਹੀਂ, ਉਹ ਤਾਂ ਫਿਰ ਬੀਜੇਪੀ ਨੂੰ ਚੈਲੰਜ ਕਰਨਾ ਚਾਹੀਦਾ ਨਾ ਸਰ। ਬੀਜੇਪੀ ਜਾ ਕੇ ਸੁਪਰੀਮ ਕੋਰਟ 'ਚ ਚੈਲੰਜ ਕਰ ਦੇਵੇ। ਬਿਹਾਰ ਦੇ ਵਿੱਚ ਤਾਂ ਬਹੁਤ ਕਲੀਅਰਲੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਤਰੀਕੇ ਦੇ ਨਾਲ ਉੱਥੇ ਮਰਦਮਸ਼ੁਮਾਰੀ ਕਾਸਟ ਬੇਸਡ ਹੋਈ ਹੈ। ਗੌਰਵ ਜੀ, ਬੀਜੇਪੀ ਕਿਉਂ ਕੋਰਟ ਦੇ ਵਿੱਚ ਜਾਵੇ? ਜਿਹੜੇ ਕੁਝ ਵੀ ਜਨਗਣਨਾ ਕਰਕੇ ਕਰੀ ਜਾਣ, ਜਦੋਂ ਉਹਨੂੰ ਨੋਟੀਫਾਈ ਸੈਂਟਰ 'ਚ ਸਰਕਾਰ ਹੈ ਨਾ ਤੁਹਾਡੀ। ਮੈਂ ਤਾਂ ਇਸ ਕਰਕੇ ਕਹਿ ਰਿਹਾ ਕਿ ਤੁਹਾਨੂੰ ਆਬਜੈਕਸ਼ਨ ਹੈ ਕਿ ਸੰਵਿਧਾਨ ਦੇ ਮੁਤਾਬਿਕ ਨਹੀਂ ਕਰਵਾ ਸਕਦੇ ਇਸ ਤਰੀਕੇ ਨਾਲ ਉਹ ਮਰਦਮਸ਼ੁਮਾਰੀ, ਤਾਂ ਠੀਕ ਹੈ, ਫਿਰ ਕੋਰਟ ਦਾ ਰੁਖ ਕੀਤਾ ਜਾ ਸਕਦਾ। ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲ ਜਾਏਗਾ। ਮੈਂ ਕਹਿ ਰਿਹਾ ਕਿ ਜਦੋਂ ਤੇ ਉਹਨੂੰ ਕਰਾਣਾ ਹੀ ਕੇਂਦਰ ਸਰਕਾਰ ਦਾ ਕੰਮ ਹੈ, ਜਿਹੜੀ ਜਨਗਣਨਾ ਉਹਨੇ ਕਰਾਣੀ ਹੈ ਉਹਦੀ ਹੀ ਨੋਟੀਫਿਕੇਸ਼ਨ ਹੋਣੀ ਹੈ। ਤੇ ਜੇ ਕੋਈ ਸੂਬਾ ਕਰੀ ਜਾਂਦਾ ਹੈ ਇਲੀਗਲ ਕੰਮ, ਸਾਨੂੰ ਉਹਦੇ 'ਚ ਕੋਈ ਦਖਲ ਦੇਣ ਦੀ ਜ਼ਰੂਰਤ ਨਹੀਂ ਹੈ। ਇਹ ਸਿਰਫ ਰਾਜਨੀਤਿਕ ਸਟੰਟ ਆ ਔਰ ਇਹਦੇ ਪਿੱਛੇ ਇੱਕੋ ਹੀ ਕਾਰਨ ਆ ਕਿ ਰਾਹੁਲ ਗਾਂਧੀ ਜੀ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਨੇ ਕਿ ਇਹ ਜਿਹੜੇ ਸੋ ਕਾਲਡ 25-26 ਲੋਕਾਂ ਦੀ ਪਾਰਟੀਆਂ ਦਾ ਗਠਬੰਧਨ ਹੈ, ਮੈਂ ਉਹਦਾ ਅਨਡਿਕਲੇਅਰਡ ਨੇਤਾ ਵਾ। ਪਰ ਗਰਾਊਂਡ ਤੇ ਹਕੀਕਤ ਇਹ ਹੈ ਕਿ ਇਹਨਾਂ ਨੂੰ ਕੋਈ ਨੇਤਾ ਮੰਨਣ ਨੂੰ ਤਿਆਰ ਨਹੀਂ ਹੈ। ਔਰ ਤੁਸੀਂ ਦੇਖਣਾ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਜੀ ਪ੍ਰੋਜੈਕਟ ਕਰ ਰਹੇ ਨੇ, ਸਾਰੇ ਲੋਕ ਹੀ ਉਹਨਾਂ ਨੂੰ ਛੱਡ ਕੇ ਚਲੇ ਜਾਣਗੇ। ਉਹ ਦਿਨ ਦੂਰ ਨਹੀਂ ਹੈ ਜਦੋਂ ਇਹਨਾਂ ਸਾਰਿਆਂ ਨੇ ਉਹਨੂੰ ਛੱਡ ਦੇਣਾ। ਕਿਉਂਕਿ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਹਾਡਾ ਕਮੈਂਟ ਆ ਗਿਆ ਸਰ, ਬੀਜੇਪੀ ਬਹੁਤ ਜ਼ਰੂਰੀ ਹੈ ਕਿ ਬੀਜੇਪੀ ਕੀ ਕਹਿ ਰਹੀ ਹੈ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਥੋੜਾ ਜਿਹਾ ਨੈਟਵਰਕ ਦਾ ਵੀ ਇਸ਼ੂ ਲੱਗਿਆ ਹੈ। ਪੀਰ ਮੁਹੰਮਦ ਜੀ ਸਾਡੇ ਨਾਲ ਜੁੜੇ ਹੋਏ ਨੇ। ਇਸ ਵਿਚਾਲੇ ਮਲਵਿੰਦਰ ਕੰਗ ਜੀ ਤੱਕ ਵੀ ਉਮੀਦ ਹੈ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ। ਕੰਗ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਉਮੀਦ ਹੈ ਪਹੁੰਚ ਰਹੀ ਹੈ। ਮੇਰਾ ਸਵਾਲ ਬਹੁਤ ਸਿੱਧਾ ਸੀਗਾ, ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਨਾਲ ਕਿ ਇਤਫਾਕ ਆਮ ਆਦਮੀ ਪਾਰਟੀ ਰੱਖਦੀ ਹੈ ਕਿ ਵਾਕਈ ਕਾਸਟ ਬੇਸਡ ਸੈਂਸਸ ਕਰਵਾਉਣ ਦੀ ਜ਼ਰੂਰਤ ਹੈ। ਰਾਹੁਲ ਗਾਂਧੀ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਗਏ ਕਿ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਸ ਸੂਬੇ ਦੇ ਵਿੱਚ ਕਾਸਟ ਬੇਸਡ ਅਸੀਂ ਸੈਂਸਸ ਕਰਵਾਉਣ ਜਾ ਰਹੇ ਹਾਂ, ਕਰਵਾਵਾਂਗੇ। ਦੇਖੋ ਗੌਰਵ ਜੀ, ਆਮ ਆਦਮੀ ਪਾਰਟੀ ਜਿਹੜਾ ਹੈ ਉਹ ਪਹਿਲੇ ਦਿਨ ਤੋਂ ਹੀ ਬਾਬਾ ਸਾਹਿਬ ਅੰਬੇਡਕਰ ਦੇ ਸਿਧਾਂਤਾਂ ਤੇ ਚੱਲਦੀ ਹੈ ਜੀ। ਔਰ ਬਾਬਾ ਸਾਹਿਬ ਅੰਬੇਡਕਰ ਨੇ ਸਭ ਤੋਂ ਵੱਧ ਚੜ ਕੇ ਜੇ ਸੰਵਿਧਾਨ ਦੇ ਹਿਸਾਬ ਨਾਲ ਅਧਿਕਾਰ ਦੇਣ ਦੀ ਗੱਲ ਕੀਤੀ ਆ ਹਰੇਕ ਵਰਗ ਨੂੰ, ਖਾਸ ਕਰ ਜਿਹੜੇ ਸਾਡੇ ਪਿਛੜੇ ਮਾਈਨੋਰਟੀਜ਼, ਹੁਣ ਬਿਹਾਰ 'ਚ ਤੇ ਅਤ ਪਿਛੜਾ ਵੀ ਇੱਕ ਵਰਗ ਹੈਗਾ ਆ। ਬਿਲਕੁਲ, ਬਿਹਾਰ ਯੂਪੀ ਜਦੋਂ ਅਸੀਂ ਜਾਂਦੇ ਹਾਂ, ਅਸੀਂ ਸਮਾਨਤਾ ਦੀ ਗੱਲ ਦੇ ਸਿਧਾਂਤ ਤੇ ਡੈਫੀਨੇਟਲੀ ਬਾਬਾ ਸਾਹਿਬ ਅੰਬੇਡਕਰ ਤੋਂ ਪ੍ਰੇਰਣਾ ਲੈਂਦੇ। ਆਮ ਆਦਮੀ ਪਾਰਟੀ ਦਾ ਪ੍ਰਿੰਸੀਪਲ ਇਹ ਮੰਨਣਾ ਹੈ। ਔਰ ਜਿਹੜਾ ਕਾਸਟ ਬੇਸਡ ਸੈਂਸਸ ਹੈ, ਅਸੀਂ ਪ੍ਰਿੰਸੀਪਲੀ ਇਹਦੇ ਨਾਲ ਸਹਿਮਤ ਹੈ ਕਿ ਹਰੇਕ ਉਹ ਵਰਗ ਨੂੰ ਜਿਹਨੂੰ ਪਿਛਲੇ ਆਜ਼ਾਦੀ ਤੋਂ ਬਾਅਦ ਲਗਾਤਾਰ ਮਤਲਬ ਰਾਜਨੀਤਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ ਕਿਤੇ ਨਾ ਕਿਤੇ ਉਹਨੂੰ ਪਿੱਛੇ ਰੱਖਿਆ ਗਿਆ
ਜਾਂ ਅੱਗੇ ਵਧਣ ਨਹੀਂ ਦਿੱਤਾ, ਇਗਨੋਰ ਕੀਤਾ ਗਿਆ ਹੈ, ਉਹਨੂੰ ਪੂਰਾ ਰਾਈਟ ਹੈ, ਉਹਨੂੰ ਪੂਰੀ ਰਿਪਰੈਜ਼ੈਂਟੇਸ਼ਨ ਹੈ, ਉਹ ਮਿਲਣੀ ਚਾਹੀਦੀ ਆ। ਔਰ ਸਾਡੇ ਗੁਰੂਆਂ ਦਾ ਸਿਧਾਂਤ ਵੀ ਇਹੀ ਆ। ਹਾਲਾਂਕਿ ਪੰਜਾਬ 'ਚ ਜਾਤਵਾਦ ਦਾ ਕੋਈ ਬਹੁਤ ਬਾਕੀ ਦੇਸ਼ ਦੇ ਮੁਕਾਬਲੇ ਹੈ ਨਹੀਂ ਪ੍ਰਭਾਵ, ਲੇਕਿਨ ਸਮਾਨਤਾ ਦੇ ਅਧਿਕਾਰ ਦੀ ਗੱਲ ਜਦੋਂ ਤੱਕ ਆ ਜਾਂਦੀ ਹੈ, ਡੈਫੀਨਿਟਲੀ ਆਮ ਆਦਮੀ ਪਾਰਟੀ ਪ੍ਰਿੰਸੀਪਲੀ ਇਹਦਾ ਸਮਰਥਨ ਕਰਦੀ ਹੈ। ਠੀਕ ਹੈ, ਤੁਹਾਡਾ ਬਹੁਤ ਕਲੀਅਰ ਬਿਆਨ ਆ ਗਿਆ। ਇਹ ਇੱਕ ਖਬਰ ਹੈ, ਆਮ ਆਦਮੀ ਪਾਰਟੀ ਇਸ ਦਾ ਸਮਰਥਨ ਕਰਦੀ ਹੈ। ਮੇਰੀ ਟੀਮ ਵੀ ਇਸ ਸਮੇਂ ਜ਼ਰੂਰ ਸੁਣ ਰਹੀ ਹੋਏਗੀ। ਇਹ ਡਾਇਰੈਕਟਲੀ ਇੱਕ ਤਰੀਕੇ ਨਾਲ ਪੰਜਾਬ ਦੇ ਲਈ ਲੋਕਾਂ ਦੇ ਲਈ ਇੱਕ ਬ੍ਰੇਕਿੰਗ ਨਿਊਜ਼ ਹੈ। ਹਰਦੀਪ ਸਿੰਘ ਕਿੰਗਰਾ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਕਿੰਗਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਮੈਂ ਉਹਨਾਂ ਦਾ ਰੁਖ ਕਰਾਂਗਾ, ਪਰ ਪਹਿਲਾਂ ਇੱਕ ਵਾਰੀ ਪੀਰ ਮੁਹੰਮਦ ਸਾਹਿਬ ਦਾ ਰੁਖ ਕਰ ਲੈਣੇ। ਪੀਰ ਮੁਹੰਮਦ ਸਾਹਿਬ, ਅਕਾਲੀ ਦਲ ਵੀ ਸਹਿਮਤ ਹੈ ਜਾਂ ਨਹੀਂ ਹੈ? ਦੇਖੋ, ਇਹ ਇਸ ਵਕਤ ਚੱਲ ਕੀ ਰਿਹਾ ਦੇਸ਼ ਦੇ ਅੰਦਰ। ਬੀਜੇਪੀ ਜਿੱਥੇ ਫਿਰਕੂ ਏਜੰਡਾ ਲੈ ਕੇ ਪੂਰੀ ਤਰ੍ਹਾਂ ਨਿਤਰੀ ਹੋਈ ਹੈ ਦੇਸ਼ ਦੇ ਅੰਦਰ, ਉੱਥੇ ਕਾਂਗਰਸ ਨੇ ਹੁਣ ਕਿਹਾ ਕਿ ਅਸੀਂ ਪਿੱਛੇ ਨਾ ਰਹਿ ਜਾਈਏ, ਤੇ ਇਹਨਾਂ ਨੇ ਆਪਣੇ ਅਤੀਤ ਵੱਲ ਕਦੇ ਝਾਤ ਨਹੀਂ ਮਾਰੀ ਕਿ ਪਿਛਲੇ 50 ਸਾਲਾਂ ਦੇ ਦਰਮਿਆਨ ਜਦੋਂ ਇਹਨਾਂ ਦੀ ਕਾਂਗਰਸ ਦੀ ਇੱਥੇ ਲਗਾਤਾਰ ਸਰਕਾਰ ਬਣਦੀ ਰਹੀ, ਦੇਸ਼ ਦੀ ਆਜ਼ਾਦੀ ਦੇ ਵਿੱਚ 25 ਕੁ ਸਾਲ ਦੂਸਰੀਆਂ ਸਰਕਾਰਾਂ ਨੇ ਰਾਜ ਕੀਤਾ, ਜਿੰਦੇ ਚ ਬੀਜੇਪੀ ਜਾਂ ਬੀਜੇਪੀ ਤੋਂ ਬਿਨਾਂ ਜਿਹੜੀਆਂ ਜਨਤਾ ਦਲ ਜਾਂ ਸਮੇਂ-ਸਮੇਂ ਚੰਦਰ ਸ਼ੇਖਰ ਜੀ ਦੀ, ਵੀਪੀ ਸਿੰਘ ਦੀ ਜਾਂ ਗੁਜਰਾਲ ਸਾਹਿਬ ਦੀ ਸਰਕਾਰ ਬਣਦੀ ਰਹੀ ਹੈ, ਦੇਵ ਗੌੜਾ ਜੀ ਦੀ ਸਰਕਾਰ ਬਣਦੀ ਰਹੀ ਹੈ। ਲੇਕਿਨ 50 ਸਾਲ ਰਾਜ ਕਰਨ ਤੋਂ ਬਾਅਦ ਅੱਜ ਕਾਂਗਰਸ ਨੂੰ ਜਿਹੜਾ ਪਛੜਾ ਵਰਗ ਹੈ ਉਹਦਾ ਚੇਤਾ ਆ ਗਿਆ। ਉਹ ਵੀ ਉਸ ਵਕਤ ਚੇਤਾ ਆਇਆ ਜਦੋਂ ਬਾਬੂ ਕਾਂਸ਼ੀ ਰਾਮ ਜੀ ਨੂੰ ਅੱਜ ਦੇਸ਼ ਦੁਨੀਆ ਦੇ ਵਿੱਚ ਯਾਦ ਕੀਤਾ ਜਾ ਰਿਹਾ ਸੀ। ਉਹਨਾਂ ਦੀ ਬਰਸੀ ਅੱਜ ਮਨਾਈ ਜਾ ਰਹੀ ਸੀ। ਅੰਬੇਦਕਰ ਸਾਹਿਬ ਜੀ ਦੀ ਗੱਲ ਕੀਤੀ ਹੈ ਕੰਗ ਸਾਹਿਬ ਨੇ। ਕੰਗ ਸਾਹਿਬ ਹੁਣ ਬੜੇ ਪ੍ਰੌੜ ਹੁੰਦੇ ਜਾ ਰਹੇ ਨੇ। ਪਹਿਲਾਂ ਉਹਨਾਂ ਨੇ ਕਿਹਾ ਕਿ ਮੈਨੂੰ ਆਵਾਜ਼ ਨਹੀਂ ਆ ਰਹੀ ਕਿ ਮੈਂ ਬੀਜੇਪੀ ਦਾ ਪੱਖ ਸੁਣ ਲਵਾਂ। ਚਲੋ ਉਹਨਾਂ ਨੇ ਉਹ ਸੁਣ ਲਿਆ ਉਹਨਾਂ ਦਾ ਪੱਖ। ਫਿਰ ਉਹਨਾਂ ਨੇ ਕਿਹਾ ਕਿ ਹੁਣ ਮੈਂ ਕੋਈ ਛੱਕਾ ਵੱਕਰਾ ਮਾਰਾਂ। ਅਸਲ ਦੇ ਵਿੱਚ ਕੀ ਹੈ ਕਿ ਤੁਸੀਂ ਦੇਖੋ, ਪੰਜਾਬ ਦੇ ਅੰਦਰ ਕੇਜਰੀਵਾਲ ਸਾਹਿਬ ਨੇ ਇੱਕ ਏਜੰਡਾ ਤੈਅ ਕੀਤਾ ਕਿ ਗਰੰਟੀਆਂ ਦੇ ਨਾਲ ਆਪਣੀ ਸਰਕਾਰ ਬਣਾਈ। ਹੋਰ ਤਾਂ ਕੋਈ ਪੋਲੀਟੀਕਲ ਵਿਜ਼ਨ ਨਹੀਂ ਸੀ, ਕੇਵਲ ਤੇ ਕੇਵਲ ਗਰੰਟੀਆਂ, ਹਰ ਚੀਜ਼ ਦੀ ਗਰੰਟੀ ਦੇ ਦਿੱਤੀ ਕਿ ਆਹ ਵੀ ਗਰੰਟੀ ਦਿੰਨੇ, ਆਹ ਵੀ ਗਰੰਟੀ ਦਿੰਨੇ, ਆਹ ਵੀ ਗਰੰਟੀ ਦਿੰਨੇ ਆ। ਪਰ ਉਹਦਾ ਨਿਕਲਿਆ ਕਿ 1.5 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਉਹ ਲੋਕਾਂ ਨੇ ਵੇਖ ਲਿਆ ਕਿ ਇੱਥੇ ਕੀ ਹਾਲਾਤ ਨੇ। ਇਸੇ ਤਰ੍ਹਾਂ ਹੁਣ ਰਾਹੁਲ ਗਾਂਧੀ ਜੀ ਨੇ, ਨਾਰਿੰਗ ਸਾਹਿਬ ਨੇ ਜਿਹੜੀ ਗੱਲ ਕਹੀ, ਮੈਂ ਵੀ ਉਹਦੇ ਨਾਲ ਇਤਫਾਕ ਰੱਖਦਾ ਕਿ ਹੁਣ ਇਹਨਾਂ ਦੇ ਵਿੱਚ ਇੱਕ ਦੌੜ ਲੱਗੀ ਹੋਈ ਹੈ ਕਿ ਕੇਜਰੀਵਾਲ ਸਾਹਿਬ ਕੋਈ ਹੋਰ ਨਾ ਪਟਾਰੀ ਚੋਂ ਨਵੀਂ ਗੱਲ ਕੱਢ ਕੇ ਲੈ ਆਉਣ ਤੇ ਉਸ ਤੋਂ ਪਹਿਲਾਂ ਕਿ ਮੈਂ ਕੋਈ ਐਡੀ ਵੱਡੀ ਗੱਲ ਕਹਿ ਦਿਆਂ ਕਿ ਜਿਹਦੇ ਨਾਲ ਕਿ ਗਾਂਧੀ ਪਰਿਵਾਰ ਦਾ ਜਿਹੜਾ ਇੱਕ ਪ੍ਰਭਾਵ ਜਿਹੜਾ ਉਹ ਨਜ਼ਰ ਆਵੇ। ਨਹੀਂ ਤਾਂ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਖੜਗੇ ਸਾਹਿਬ, ਉਹ ਵੀ ਸਾਹਮਣੇ ਆ ਕੇ ਗੱਲ ਕਰ ਸਕਦੇ ਸੀ, ਕਿਉਂਕਿ ਜਦੋਂ ਇਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਤਾਂ ਉਹਦੀ ਪ੍ਰਧਾਨਗੀ ਤਾਂ ਖੜਗੇ ਸਾਹਿਬ ਨੇ ਕਰਦੇ ਨੇ ਤੇ ਉਹਨਾਂ ਨੇ ਅੱਗੇ ਆਣ ਕੇ ਬਿਆਨ ਦੇਣਾ ਸੀ। ਉਹਨਾਂ ਦੇ ਕਿਸੇ ਅਧਿਕਾਰਤ ਬੁਲਾਰੇ ਨੇ ਬਿਆਨ ਨਹੀਂ ਦਿੱਤਾ, ਕਿਸੇ ਹੋਰ ਸੀਨੀਅਰ ਲੀਡਰ ਨੇ ਬਿਆਨ ਨਹੀਂ ਦਿੱਤਾ। ਰਾਹੁਲ ਗਾਂਧੀ ਜੀ ਸਾਹਮਣੇ ਆ ਗਏ ਤੇ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ। ਠੀਕ ਹੈ, ਮਤਲਬ ਮੈਂ ਪੀ ਮੁਹੰਮਦ ਸਾਹਿਬ ਥੋੜੇ ਹੋਰ ਕਲੀਅਰ ਸਮਝਣਾ ਚਾਹ ਰਹੇ ਹਾਂ। ਤੁਸੀਂ ਬਿਲਕੁਲ ਅਗੇਂਸਟ ਹੋ, ਤੁਹਾਨੂੰ ਲੱਗਦਾ ਹੈ ਕਿ ਕਾਸਟ ਬੇਸਡ ਮਰਦਮਸ਼ੁਮਾਰੀ ਦੀ ਜ਼ਰੂਰਤ ਨਹੀਂ ਹੈ? ਨਹੀਂ, ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਤੁਸੀਂ ਦੇਖੋ ਕਿ ਅੱਜ ਕਿਉਂ ਲੋੜ ਪਈ। ਜੇ ਇਹਨਾਂ ਦਾ ਕੋਈ ਵਿਜ਼ਨ ਹੁੰਦਾ ਜਾਂ ਇਹਨਾਂ ਦਾ ਕਾਸਟਿਜ਼ਮ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਸੋਚ ਹੁੰਦੀ ਕਿ ਜਿਹੜੇ ਦਬਲੇ ਕੁਚਲੇ ਲੋਕ ਨੇ, ਰੋਟੀ ਕੱਪੜਾ ਤੇ ਮਕਾਨ, ਜਿਸ ਦਾ ਨਾਰਾ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਤੇ ਉਸ ਦੇ ਉੱਤੇ ਤਾਂ ਇਹਨਾਂ ਨੇ ਕੋਈ ਕੰਮ ਕੀਤਾ ਹੀ ਨਹੀਂਗਾ। ਤੇ ਅੱਜ ਸਿਰਫ ਵੋਟ ਬੈਂਕ ਪੱਕਾ ਕਰਨ ਵਾਸਤੇ ਜਾਂ ਲੋਕਾਂ ਨੂੰ ਲੁਭਾਵਣੇ ਨਾਰੇ ਦੇ ਕੇ ਇਹ ਅੱਜ ਮਰਦਮਸ਼ੁਮਾਰੀ ਦੀ ਗੱਲ ਕਰ ਰਹੇ ਆ, ਕਾਸਟਿਜ਼ਮ ਦੀ ਗੱਲ ਕਰ ਰਹੇ ਆ। ਇਹ ਜਿਹੜੇ ਸਿਰਫ ਇੱਕ ਮਗਰਮੱਛ ਦੇ ਹੰਝੂਆਂ ਵਾਲੀ ਗੱਲ ਏ, ਇਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ। ਮਤਲਬ ਮੇਰਾ ਸਟੈਂਡ ਕਰਦਾ ਅਜੇ ਵੀ ਸਵਾਲ ਮੈਂ ਥੋੜੇ ਜੇਕਰ ਕਲੀਅਰ ਕਹਿ ਸਕੂੰ, ਯੈਸ ਔਰ ਨੋ, ਤੁਹਾਨੂੰ ਲੱਗਦਾ ਹੈ ਕਿ ਇਸ ਮਰਦਮਸ਼ੁਮਾਰੀ ਦੀ ਜ਼ਰੂਰਤ ਹੈ ਕਾਸਟ ਬੇਸਡ? ਦੇਖੋ, ਦੇਸ਼ ਦੇ ਅੰਦਰ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬੀਜੇਪੀ ਕੀ ਕਰ ਰਹੀ ਹੈ। ਕੋਈ ਵੀ ਉਹਨਾਂ ਨੇ ਫੈਸਲਾ ਲੈਣਾ ਹੁੰਦਾ ਤੇ ਉਹ ਇੱਕ ਮਤਾ ਲੈ ਆਉਂਦੇ ਆ, ਉਹਦੇ ਤੇ ਕਾਨੂੰਨ ਬਣਾ ਕੇ ਤੇ ਉਹ ਲੋਕਾਂ ਨੂੰ ਸਾਰਿਆਂ ਨੂੰ ਉਸ ਪਾਸੇ ਵੱਲ ਧੱਕ ਦਿੰਦੇ ਆ। ਤੇ ਕਿਸੇ ਵੀ ਰਾਜਨੀਤਿਕ ਇੱਛਾ ਸ਼ਕਤੀ ਜਿਹੜੀ ਹੈ ਉਹ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ। ਇਸੇ ਤਰੀਕੇ ਦੇ ਨਾਲ ਜੇਕਰ ਕੋਈ ਇਸ ਤਰ੍ਹਾਂ ਦਾ ਡਿਸੀਜਨ ਲੈਣਾ ਹੈ ਤਾਂ ਉਸ ਦੇ ਉੱਪਰ ਕੋਈ ਮੀਟਿੰਗ, ਕੋਈ ਢੰਗ ਤਰੀਕਾ ਤਾਂ ਬਣਾਇਆ ਜਾਣਾ ਚਾਹੀਦਾ ਹੈ। ਇਹ ਸਿਰਫ ਤੇ ਸਿਰਫ ਆਪਣੇ ਵੱਲੋਂ ਇੱਕ ਨਾਰਾ ਦੇ ਕੇ
ਲੋਕਾਂ ਦੇ ਵਿੱਚ ਇੱਕ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠੀਕ ਹੈ, ਪੋਲਰਾਈਜੇਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਉਹੀ ਹੈ ਕਿ 24 ਨੂੰ ਫੋਕਸ ਕੀਤਾ ਜਾ ਰਿਹਾ ਹੈ, ਨਹੀਂ ਕੀਤਾ ਜਾ ਰਿਹਾ। ਮੈਂ ਕਿੰਗਰਾਜ ਦਾ ਰੁਖ ਕਰਦਾ ਬਿਲਕੁਲ ਜੀ, ਬਿਲਕੁਲ ਗੌਰਵ ਜੀ ਤੁਸੀਂ ਬਿਲਕੁਲ ਸੰਕੇਤ ਸ਼ਬਦ ਦੇ ਵਿੱਚ ਜਿਹੜੀ ਗੱਲ ਕਹੀ ਹੈ, ਕੋਈ ਗੱਲ ਮੈਂ ਕਹਿਣੀ ਚਾਹਣਾ। ਠੀਕ ਹੈ ਸਰ, ਉਮੀਦ ਹੈ ਲੋਕ ਵੀ ਸਮਝਣਗੇ ਜਿਹੜੀ ਗੱਲ ਇਸ ਸਮੇਂ ਚਰਚਾ ਦੇ ਵਿੱਚ ਹੋ ਰਹੀ ਹੈ, ਉਹਨਾਂ ਤੱਕ ਵੀ ਪਹੁੰਚੇਗੀ, ਜਿਹੜੇ ਦਰਸ਼ਕ ਨੇ, ਜਿਹੜੇ ਪੰਜਾਬ ਦੇ ਲੋਕ ਨੇ। ਮੈਂ ਰੁਖ ਕਰਦਾ ਕਿੰਗਰਾ ਸਾਹਿਬ ਦਾ। ਕਿੰਗਰਾ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਤੁਹਾਡੇ ਵੱਡੇ ਲੀਡਰ ਨੇ ਰਾਹੁਲ ਗਾਂਧੀ, ਉਹਨਾਂ ਦੀ ਸਟੇਟਮੈਂਟ, ਹੋਪਫੁਲੀ ਤੁਸੀਂ ਉਹ ਸੁਣਿਆ ਵੀ ਹੋਵੇਗਾ, ਉਹਨਾਂ ਦਾ ਬਿਆਨ, ਜਿਸ ਦੇ ਵਿੱਚ ਉਹ ਕਹਿ ਰਹੇ ਕਿ ਜਿੱਥੇ ਜਿੱਥੇ ਕਾਂਗਰਸ ਇਸ ਸਮੇਂ ਰੂਲ ਕਰ ਰਹੀ ਹੈ, ਅਸੀਂ ਉਸ ਸਟੇਟ ਦੇ ਵਿੱਚ ਕਾਸਟ ਬੇਸਡ ਸੈਂਸਸ ਕਰਵਾਉਣ ਜਾ ਰਹੇ ਹਾਂ ਜਾਂ ਕਰਵਾਵਾਂਗੇ। ਇਨਫੈਕਟ ਉਹਨਾਂ ਨੇ ਅਲਾਈਅੰਸ ਦੀਆਂ ਪਾਰਟੀਆਂ ਨੂੰ ਲੈ ਕੇ ਵੀ ਕਿਹਾ ਕਿ ਮੈਜੋਰਿਟੀ ਆਫ ਪਾਰਟੀਆਂ ਸਹਿਮਤ ਨੇ ਕਾਸਟ ਬੇਸਡ ਇਸ ਮਰਦਮਸ਼ੁਮਾਰੀ ਦੇ ਲਈ। ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਇਹ ਫੀਲ ਕਰ ਰਹੀ ਹੈ ਕਿ ਵਾਕਈ ਹੀ ਪੰਜਾਬ ਦੇ ਵਿੱਚ, ਕਿਉਂਕਿ ਮੈਂ ਬਿਲਕੁਲ ਪੰਜਾਬ ਤੇ ਫੋਕਸ ਕਰ ਰਿਹਾ ਕਿ ਪੰਜਾਬ ਦੇ ਵਿੱਚ ਵੀ ਕਾਸਟ ਬੇਸਡ ਮਰਦਮਸ਼ੁਮਾਰੀ ਹੋਵੇਗੀ ਜਾਂ ਹੋਣੀ ਚਾਹੀਦੀ ਹੈ। ਗੌਰਵ ਜੀ, ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਕਿਤੇ ਵੀ ਬਰਾਬਰਤਾ ਦੀ ਗੱਲ ਕਰਦੇ ਹੋ ਜਾਂ ਇਕਨੋਮਿਕ ਇੰਪਾਵਰਮੈਂਟ ਦੀ ਗੱਲ ਕਰਦੇ ਹੋ ਜਾਂ ਤੁਸੀਂ ਕੁਝ ਵੀ ਕਰਦੇ ਹੋ, ਮੈਂ ਕਹਿੰਦਾ ਤੁਸੀਂ ਮੁਰਗੀ ਖਾਨਾ ਖੋਲਦੇ ਹੋ, ਸਭ ਤੋਂ ਪਹਿਲਾਂ ਗਣਨਾ ਹੁੰਦੀ ਹੈ, ਮੇਰੇ ਕੋਲੇ ਹੈ ਕੀ ਹੈ, ਮੈਂ ਕਿਹਦੇ ਵਾਸਤੇ ਕੀ ਕਰਨਾ ਚਾਹੁੰਦਾ ਤੇ ਉਹਨਾਂ ਦਾ ਕੀ ਨੰਬਰ ਹੈ। ਫਰਜ਼ ਕਰ ਲਓ ਕਿ ਅਸੀਂ ਕਹਿੰਦੇ ਆ ਮਾਈਨੋਰਿਟੀਜ਼ ਦਾ ਸਾਨੂੰ ਜਿਹੜਾ ਉਹ ਖਿਆਲ ਰੱਖਣਾ ਚਾਹੀਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਕੋਲੇ ਕਿਹੜੀ ਮਾਈਨੋਰਿਟੀ ਕਿੰਨੀ ਹੈ। ਸਾਨੂੰ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਦਾ ਖਿਆਲ ਰੱਖਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਕੋਲੇ ਕਿੰਨੇ ਸ਼ਡਿਊਲ ਕਾਸਟ, ਕਿੰਨੇ ਸ਼ਡਿਊਲ ਟ੍ਰਾਈਬ ਨੇ, ਕਿੰਨੀਆਂ ਤੁਹਾਡੇ ਕੋਲੇ ਟ੍ਰਾਈਬਸ ਨੇ, ਕਿੰਨੀਆਂ ਤੁਹਾਡੇ ਕੋਲੇ ਕਾਸਟ ਨੇ। ਇਹ ਜਿਹੜਾ ਸਰਵੇ ਹੈ ਪਹਿਲਾਂ ਵੀ ਹੁੰਦਾ ਰਿਹਾ ਹੈਗਾ, ਇਹਨੂੰ ਜਨਤਕ ਨਹੀਂ ਕੀਤਾ ਗਿਆ ਕਦੇ। ਜਦੋਂ ਸੋਸ਼ਲ ਡਿਵੈਲਪਮੈਂਟ ਕੀਤੀ ਜਾਂਦੀ ਹੈ ਕਿਸੇ ਵੀ ਏਰੀਏ ਦੀ, ਤੁਸੀਂ ਕਿਤੇ ਬੈਠ ਜਾਓ, ਇਹਨੂੰ ਅੱਜ ਤੱਕ ਇਸ ਕਰਕੇ ਡਿਨਾਈ ਕੀਤਾ ਗਿਆ ਕਿਉਂਕਿ ਬੀਜੇਪੀ ਤੇ ਆਰਐਸਐਸ ਦਾ ਜਿਹੜਾ ਏਜੰਡਾ ਸੀ ਉਹਨੂੰ ਬਹੁਤ ਵੱਡਾ ਝਟਕਾ ਲੱਗਣਾ ਸੀ ਇਸ ਗੱਲ ਦੇ ਉੱਤੋਂ, ਇਸ ਕਰਕੇ ਇਹਨੂੰ ਡਿਨਾਈ ਕੀਤਾ ਜਾਂਦਾ। ਉਹਨੂੰ ਝਟਕਾ ਕਿਵੇਂ ਲੱਗਣਾ ਸੀ ਕਿ ਅੱਜ ਤੱਕ ਮਾਈਨੋਰਿਟੀ, ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੇ ਆਪਣੀ ਸਟੇਟਮੈਂਟ 'ਚ ਕਿਹਾ, ਅਸੀਂ ਵੀ ਕਹਿੰਦੇ ਰਹੇ ਹਾਂ 100 ਸੈਕਟਰੀ ਸੀ ਗਵਰਨਮੈਂਟ ਆਫ ਇੰਡੀਆ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ 2 ਜਾਂ 3 ਸੈਕਟਰੀ ਜਿਹੜੇ ਆ ਓਬੀਸੀ ਦੇ ਜਾਂ ਸ਼ਡਿਊਲ ਕਾਸਟ ਹੁੰਦੇ ਸੀ। ਇਹ ਮੈਂ ਜਦੋਂ ਸਰਵਿਸ ਸੀ ਉਦੋਂ ਹੀ ਮੈਂ ਰੌਲਾ ਪਾਇਆ ਸੀ ਇਹਦਾ। ਮੈਂ ਚੇਅਰਮੈਨ ਰਿਹਾ ਨੈਸ਼ਨਲ ਸ਼ਡਿਊਲ ਕਾਸਟ ਫਾਈਨਾਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਦਾ 3 ਸਾਲ ਜੀ। ਸੋ ਇਸ ਕਰਕੇ ਉਦੋਂ ਵੀ ਮੈਂ ਰੌਲਾ ਪਾਉਂਦਾ ਰਿਹਾ ਇਸ ਗੱਲ ਦਾ। ਦੂਜੀ ਗੱਲ, ਯੂਪੀਐਸਸੀ ਦੇ ਵਿੱਚ 26 ਸਾਲ ਦੀ ਉਮਰ ਹੈ, ਇਹਨਾਂ ਨੂੰ 5 ਸਾਲ ਤੁਸੀਂ ਐਕਸਟਰਾ ਦੇ ਕੇ ਇਹ ਇੱਕ ਤੀਰ ਨਾਲ 2 ਨਿਸ਼ਾਨੇ ਕੀਤੇ ਆ। ਇੱਕ ਤਾਂ ਤੁਸੀਂ ਉਹਨਾਂ ਨੂੰ 31 ਸਾਲ 'ਚ ਭਰਤੀ ਕਰਦੇ ਹੋ ਤਾਂ ਕਿ ਇਹਨਾਂ ਦਾ ਚੀਫ ਸੈਕਟਰੀ ਨਾ ਕੋਈ ਬਣ ਸਕੇ। ਕਿਉਂ ਨਹੀਂ ਤੁਸੀਂ 25 ਸਾਲ ਦੀ ਉਮਰ ਰੱਖਦੇ ਇਹਨਾਂ ਵਾਸਤੇ? ਕਿਉਂ ਉਮਰ ਦੀ ਛੋੜ ਦਿੰਦੇ ਹੋ? ਉਹਨਾਂ ਦਾ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਨਹੀਂ ਹੈ। ਇਸ ਕਰਕੇ ਬੜੀਆਂ ਚਾਲਾਂ ਖੇਡੀਆਂ ਗਈਆਂ ਇਸ ਵਰਗ ਨੂੰ ਦਬਾਉਣ ਵਾਸਤੇ। ਜਿੱਥੋਂ ਤੱਕ ਪੀਰ ਮੁਹੰਮਦ ਜੀ ਤੇ ਗੱਲ ਕੀਤੀ ਹੈ, ਪੀਰ ਮੁਹੰਮਦ ਜੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਪੜਿਆ ਸਿਓ ਕਿਆ ਰੀਤ। ਇਦੋਂ ਉੱਤੇ ਕੋਈ ਕਹਿ ਸਕਦਾ ਐਡੀ ਵੱਡੀ ਗੱਲ? ਜੇ ਤੁਸੀਂ ਨੀਚਾਂ ਦੇ ਨਾਲ ਤੁਰਦੇ ਹੋ, ਨੀਵੇਂ ਬੰਦਿਆਂ ਨਾਲ, ਗਰੀਬਾਂ ਨਾਲ ਤੁਰਦੇ ਹੋ, ਤਾਂ ਤੁਸੀਂ ਬਹੁਤ ਵੱਡੇ ਹੁੰਦੇ ਹੋ, ਛੋਟੇ ਨਹੀਂ ਹੁੰਦੇ ਕਿਸੇ ਤਰੀਕੇ ਨਾਲ ਵੀ। ਤੇ ਅੱਜ ਕਾਂਗਰਸ ਜਿਹੜੀ ਹੈ ਉਹ ਭਾਰਤ ਦੀ ਗਰੀਬ ਜਨਤਾ ਨਾਲ ਤੁਰਨ ਵਾਸਤੇ ਤਿਆਰ ਹੋਊਗੀ, ਪਰ ਪਤਾ ਹੋਣਾ ਚਾਹੀਦਾ ਗਰੀਬ ਹੈ ਕੌਣ ਹੈ। ਅਸੀਂ ਕਾਂਗਰਸ ਨੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਓਬੀਸੀ ਰਾਸ਼ਟਰਪਤੀ ਬਣਾਇਆ, ਓਬੀਸੀ ਹੋਮ ਮਿਨਿਸਟਰ ਬਣਾਇਆ, ਓਬੀਸੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਾਇਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲਾ ਸ਼ਡਿਊਲ ਕਾਸਟ ਮੁੱਖ ਮੰਤਰੀ ਕਾਂਗਰਸ ਨੇ ਬਣਾਇਆ, ਪਹਿਲਾ ਰਾਸ਼ਟਰਪਤੀ ਸ਼ਡਿਊਲ ਕਾਸਟ ਕਾਂਗਰਸ ਨੇ ਬਣਾਇਆ, ਪਹਿਲਾ ਮਾਈਨੋਰਿਟੀ ਦਾ ਚੀਫ ਜਿਹੜਾ ਮੁੱਖ ਮੰਤਰੀ ਰਾਸ਼ਟਰਪਤੀ ਸੀ ਉਹ ਵੀ ਕਾਂਗਰਸ ਨੇ ਬਣਾਇਆ। मनरेगा कांग्रेस ले आई, ठीक है। उस तो बाद थोड़ा फूड सिक्योरिटी बिल लेके आए, एक छोटा जिहा सवाल है, एजुकेशन बिल लेके आए। देखो ਜਿਹੜਾ ਤੁਸੀਂ ਅੰਕੜਿਆਂ ਵਾਲਾ ਜ਼ਿਕਰ ਕਰ ਰਹੇ ਹੋ ਨਾ ਸਰ, ਜਿਹੜਾ ਤੁਸੀਂ ਅੰਕੜਿਆਂ ਵਾਲਾ ਜ਼ਿਕਰ ਕਰ ਰਹੇ ਹੋ, ਇੱਕ ਤਰਕ ਇਸ ਦੇ ਲਈ ਇਹ ਵੀ ਦਿੱਤਾ ਜਾਂਦਾ ਹੈ ਕਿ ਗਰੀਬ ਦੀ ਪਹਿਚਾਨ ਕਰੋ, ਗਰੀਬ ਦੀ ਜਾਤ ਦੀ ਪਹਿਚਾਨ ਨਾ ਕਰੋ, ਕਿ ਗਰੀਬ ਇੱਕ ਉੱਚੀ ਜਾਤੀ ਜਿਸ ਦੀ ਹੋਵੇ ਉਹ ਵੀ ਹੋ ਸਕਦਾ ਉਹਦੇ ਸ਼ਾਮ ਨੂੰ ਰੋਟੀ ਨਾ ਪੱਕਦੀ ਹੋਵੇ, ਹੋ ਸਕਦਾ ਕੋਈ ਐਸਸੀ ਐਸਟੀ ਕੋਈ ਪਰਿਵਾਰ ਦੇ ਨਾਲ ਜੁੜਿਆ ਹੋਇਆ ਉਹਦੇ ਘਰ ਰੋਟੀ ਨਾ ਪੱਕਦੀ ਹੋਵੇ, ਉਹਨੂੰ ਮਦਦ ਦੀ ਜ਼ਰੂਰਤ ਹੈ। ਇੱਕ ਤਰਕ ਦਿੱਤਾ ਜਾਂਦਾ ਹਮੇਸ਼ਾ। ਗੌਰਵ ਜੀ ਮੈਨੂੰ ਬੋਲਣ ਦਿਓ ਨਾ, ਤੁਸੀਂ ਨਾ ਬੋਲੋ ਮੇਰੀ ਗੱਲ ਦੇ ਉੱਤੇ। ਤੁਸੀਂ ਜਿਹੜਾ ਬਿਹਾਰ ਦਾ ਕਾਸਟ ਸਰਵੇ ਜਿਹੜਾ ਉਹਨਾਂ ਨੇ ਰਿਲੀਜ਼ ਕੀਤਾ ਹੈ ਉਹਨੂੰ ਪੜ੍ਹ ਕੇ ਵੇਖੋ, ਰੌਂਗਟੇ ਖੜੇ ਹੁੰਦੇ ਆ। ਮਹਾਗਰੀਬ, ਗਰੀਬ, ਉਹ ਸਾਰਾ ਕੁਝ ਲਿਖਿਆ ਹੋਇਆ। ਉੱਥੇ ਵੀ ਲਿਖਿਆ ਹੈ ਕਿ ਓਬੀਸੀ ਦੇ ਵਿੱਚ ਕਿੰਨੇ ਅਮੀਰ ਨੇ ਤੇ ਓਬੀਸੀ ਦੇ ਵਿੱਚ ਕਿੰਨੇ ਗਰੀਬ ਨੇ, ਸ਼ਡਿਊਲ ਕਾਸਟ ਦੇ ਵਿੱਚ ਕਿੰਨੇ ਅਮੀਰ ਨੇ ਤੇ ਸ਼ਡਿਊਲ ਕਾਸਟ ਦੇ ਵਿੱਚ ਕਿੰਨੇ ਗਰੀਬ ਨੇ। ਤੁਸੀਂ ਨਾ ਬਿਹਾਰ ਦਾ ਜਿਹੜਾ ਜਨਤਕ ਕੀਤਾ ਉਹਨਾਂ ਨੇ, ਉਹਨੂੰ ਇੱਕ ਵਾਰੀ ਮੇਰੀ ਬੇਨਤੀ ਹੈ, ਜਿੰਨੇ ਇੱਥੇ ਬੈਠੇ ਆ ਸਪੀਕਰ ਸਾਰੇ, ਉਹਨੂੰ ਇੱਕ ਵਾਰੀ ਪੜ੍ਹ ਲਓ। ਉਹ ਰੌਂਗਟੇ ਖੜੇ ਕਰਨ ਵਾਲੀ ਸੱਚਾਈ ਹੈ ਉਸ ਸਰਵੇ ਦੇ ਵਿੱਚ ਸਾਹਮਣੇ ਆਈ ਹੈ। ਬਾਕੀ ਜਿਹੜਾ ਇਹਨੂੰ ਸੈਂਸਸ ਅਸੀਂ ਕਹਿ ਦਿੰਦੇ ਕਿਉਂਕਿ ਲੋਕਾਂ ਨਾਲ ਇਹਦਾ ਸੰਬੰਧ ਹੈ, ਅਦਰਵਾਈਜ਼ ਇਹ ਸਰਵੇ ਹੀ ਹੈ। ਇੱਕ ਇਹ ਸਰਵੇ ਹੈ ਕਿ ਮੈਂ ਕਿਹਦੇ ਵਾਸਤੇ ਕੀ ਕਰਨਾ ਹੈ, ਪਹਿਲਾਂ ਪਤਾ ਤਾਂ ਹੋਣਾ ਚਾਹੀਦਾ ਹੈ ਕਿ ਨਹੀਂ। ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਮੈਂ ਬਾਕੀ ਮਹਿਮਾਨਾਂ ਦਾ ਉਸ ਤੋਂ ਬਾਅਦ ਰੁਕ ਕਰਾਂ।
ਤੁਸੀਂ ਕਹੋ ਵੀ ਅਸੀਂ ਓਬੀਸੀ ਆਤੇ ਸਭ ਕੁਝ ਕਰਨਾ ਹੈ। ਕਿੰਗਰਾ ਸਾਹਿਬ ਇੰਨੀ ਲੇਟ ਕਿਉਂ ਯਾਦ ਆਈ ਇਸ ਗੱਲ ਦੀ? ਮੈਂ ਕਿੰਗਰਾ ਸਾਹਿਬ ਛੋਟਾ ਜਿਹਾ ਸਵਾਲ ਕਿ ਬਿਹਾਰ ਇੱਕ ਮਾਡਲ ਹੋ ਸਕਦਾ ਹੈ ਇਸ ਕਾਸਟਿਜ਼ਮ ਦੇ ਸੈਂਸਸ ਮੈਂ ਦੇ ਲਈ। ਦੱਸਦਾ ਤੁਹਾਨੂੰ ਇੰਨੀ ਲੇਟ ਕਿਉਂ ਯਾਦ ਆਈ, ਮੈਂ ਦੱਸਦਾ ਇੰਨੀ ਲੇਟ ਕਿਉਂ ਯਾਦ ਆਈ। ਜੇ ਤੁਸੀਂ ਬਜਟ ਦੇ ਵਿੱਚ ਕਿਤੇ ਤੁਹਾਨੂੰ ਮੌਕਾ ਮਿਲੇ ਭਾਰਤ ਦਾ ਬਜਟ ਦੇਖਣ ਦਾ, ਉੱਥੇ ਇੱਕ ਹੈਡ ਹੈ ਸਪੈਸ਼ਲ ਕੰਪੋਨੈਂਟ ਪਲਾਨ। ਉਹ ਸਪੈਸ਼ਲ ਕੰਪੋਨੈਂਟ ਪਲਾਨ ਕਾਂਗਰਸ ਪਾਰਟੀ ਨੇ ਸ਼ਡਿਊਲ ਕਾਸਟ ਵਾਸਤੇ ਤੇ ਸ਼ਡਿਊਲ ਟ੍ਰਾਈਬ ਵਾਸਤੇ ਬਣਾਇਆ ਸੀ। ਅੱਜ ਵੀ ਬਜਟ ਦਾ ਹੈਡ ਉੱਥੇ ਹੈਗਾ। ਹਰੇਕ ਜਿਹੜੀ ਬਜਟ ਦਾ ਹੈਡ ਹੈਗਾ ਉਹਦੇ ਵਿੱਚ 23% ਜਿਹੜਾ ਪੈਸਾ ਹੈਗਾ ਉਹ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਵਾਸਤੇ ਜਾਂਦਾ ਹੈ। ਔਰ ਇਹ ਕਾਂਗਰਸ ਸਰਕਾਰ ਦੀ ਬਣਾਈ ਹੋਈ ਸੀ ਸਪੈਸ਼ਲ ਕੰਪੋਨੈਂਟ ਪਲਾਨ। ਇਹਨੂੰ ਕਹਿੰਦੇ ਸੀ ਸਪੈਸ਼ਲ ਕੰਪੋਨੈਂਟ ਪਲਾਨ। ਜਿਹੜਾ ਵੀ ਬੰਦਾ ਬਜਟ ਦੇਖਦਾ ਉਹ ਚੈੱਕ ਕਰ ਸਕਦਾ ਇਹਦੇ ਤੇ। ਅੱਜ ਵੀ ਪੰਜਾਬ ਦਾ ਬਜਟ ਪੜ੍ਹ ਲਓ, ਅੱਜ ਬੈਠੇ ਨੇ ਇੱਥੇ ਕੰਗ ਸਾਹਿਬ, ਜਿਹੜਾ ਇਹਨਾਂ ਨੇ ਬਜਟ ਪੇਸ਼ ਕੀਤਾ ਉਹਦੇ 'ਚ ਵੀ ਸਪੈਸ਼ਲ ਕੰਪੋਨੈਂਟ ਪਲਾਨ ਹੈ। ਇਹਦੀ ਜਿਹੜੀ ਸਪੈਸ਼ਲ ਕੰਪੋਨੈਂਟ ਪਲਾਨ ਦੀ ਜਿਹੜੀ ਦੇਣ ਹੈ ਉਹ ਕਾਂਗਰਸ ਦੀ ਦੇਣ ਹੈ। ਉਹ ਹੋਰ ਕਿਸੇ ਨੇ ਕੁਝ ਨਹੀਂ ਦਿੱਤਾਗਾ। ਸੋ ਸਟੈਪ ਬਾਈ ਸਟੈਪ ਹੈ। ਪੋਲੀਟੀਕਲ ਪਾਰਟੀਆਂ ਸਮੇਂ ਨਾਲ ਸਿਆਣੀਆਂ ਹੁੰਦੀਆਂ ਚਲੋ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਸਰ, ਬਹੁਤ ਲੰਬਾ ਤੁਸੀਂ ਜਵਾਬ ਦੇ ਦਿੱਤਾ ਹੈ। ਕਿੰਗਰਾ ਜੀ, ਇੱਕ ਛੋਟਾ ਜਿਹਾ ਸਵਾਲ ਹੈ ਕਿ ਬਿਹਾਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਪੜਨ ਦੀ ਕੋਸ਼ਿਸ਼ ਕੀਤੀ ਹੈ ਕਾਫੀ ਹੱਦ ਤੱਕ। ਮੈਂ ਉਹਦੇ ਵਿੱਚੋਂ ਕੁਝ ਅੰਕੜੇ ਜਿਹੜੇ ਇਨਫੈਕਟ ਤੁਸੀਂ ਤਾਂ ਜ਼ਰੂਰ ਪੜ੍ਹੇ ਹੀ ਹੋਣਗੇ। ਐਕਸਟ੍ਰੀਮਲੀ ਬੈਕਵਰਡ 36.1%, 36.01%, OBC 27% ਤੋਂ ਜ਼ਿਆਦਾ, SC 19% ਤੋਂ ਜ਼ਿਆਦਾ, ST 1.5% ਤੋਂ ਜ਼ਿਆਦਾ। ਇਹ ਟੋਟਲ ਕਰੀਬ 84% ਦੇ ਨੇੜੇ ਬਣ ਜਾਂਦੇ ਨੇ, 83-84%। ਕਿ ਇਹ ਇੱਕ ਮਾਡਲ ਹੋਏਗਾ ਪੂਰੇ ਦੇਸ਼ ਦੇ ਲਈ ਕਿ ਬਿਹਾਰ ਨੇ ਜਿਵੇਂ ਸੈਂਸਸ ਕੀਤਾ ਉਸ ਤਰੀਕੇ ਨਾਲ ਹੀ ਸੈਂਸਸ ਪੂਰੇ ਦੇਸ਼ ਦੇ ਵਿੱਚ ਹੋਵੇ, ਅਲੱਗ-ਅਲੱਗ ਸਟੇਟਸ ਦੇ ਵਿੱਚ ਹੋਵੇ। ਦੇਖੋ, ਜਦੋਂ ਤੁਸੀਂ ਕਾਸਟ ਬੇਸਡ ਇਕਨੋਮਿਕ ਸੈਂਸਸ ਕਹਿ ਲਓ ਜਾਂ ਸਰਵੇ ਕਰਦੇ ਹੋ, ਸੈਂਸਸ ਕਿਹਾ ਜਾਂਦਾ ਕਿਉਂਕਿ ਆਦਮ ਦੀ ਜਾਤ ਦੀ ਗਣਨਾ ਹੈ, ਵਰਨਾ ਇਹ ਸਰਵੇ ਹੀ ਹੈ। ਇਹ ਸਰਵੇ ਹੀ ਹੈ, ਇੱਕ ਆਦਮ ਦੀ ਜਾਤ ਦੇ ਸਰਵੇ ਨੂੰ ਸੈਂਸਸ ਕਿਹਾ ਜਾਂਦਾ ਹੈ। ਬਸ ਇੰਨਾ ਹੀ ਫਰਕ ਹੈ। ਸੋ ਇਸ ਕਰਕੇ ਇਹ ਸਰਵੇ ਕਰਨਾ ਬਹੁਤ ਜ਼ਰੂਰੀ ਹੈ। ਜੋ ਬਿਹਾਰ ਨੇ ਕੀਤਾ ਉਹੀ ਭਾਰਤ ਸਰਕਾਰ ਵੀ ਕਰਦੀ ਹੈ। ਮੇਰੇ ਕੋਲੇ ਅੱਜ ਵੀ ਮੇਰੇ ਕੋਲੇ ਸ਼ਡਿਊਲਡ ਕਾਸਟ ਦਾ ਵਿਲੇਜ ਵਾਈਜ਼ ਡਾਟਾ ਹੈਗਾ। ਜੇ ਕਿਸੇ ਨੂੰ ਚਾਹੀਦਾ ਮੈਂ ਦੇ ਸਕਦਾ। ਮੇਰੇ ਕੋਲੇ ਕੱਲੇ ਪਿੰਡ ਦਾ ਡਾਟਾ ਹੈਗਾ, ਕਿੰਨੇ ਸ਼ਡਿਊਲਡ ਕਾਸਟ ਹੈ ਕਿਸੇ ਪਿੰਡ ਦੇ ਵਿੱਚ। ਲੇਕਿਨ ਉਹਦੀਆਂ ਅੱਗੇ ਜਿਹੜੀਆਂ ਜਾਤਾਂ ਨੇ ਉਹਦਾ ਕੋਈ ਹੈ ਨਹੀਂ ਸਰਵੇਗਾ। ਉਸ ਕਰਕੇ ਇਹ ਡਾਟਾ ਪਹਿਲਾਂ ਵੀ ਹੁੰਦਾ ਸੀਗਾ। ਬਿਲਕੁਲ ਰਿਲੀਜ਼ ਕੀਤਾ ਸਰ। ਮੈਂ ਬਹੁਤ ਪੜਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਲੱਗਦਾ 47 ਅਜਿਹੇ ਪਿੰਡ ਨੇ ਪੰਜਾਬ ਦੇ ਵਿੱਚ 12,500 ਪਿੰਡਾਂ ਦੇ ਵਿੱਚੋਂ ਜਿੱਥੇ 100% SC ਭਾਈਚਾਰੇ ਦੇ ਲੋਕ ਰਹਿੰਦੇ ਨੇ, ਅਗਰ ਮੈਂ ਗਲਤ ਨਹੀਂ। ਕਰੀਬ 3700 ਪਿੰਡ ਅਜਿਹੇ ਨੇ ਪੰਜਾਬ ਦੇ ਵਿੱਚ ਜਿੱਥੇ 40% ਤੋਂ ਜ਼ਿਆਦਾ SC ਭਾਈਚਾਰੇ ਦੇ ਲੋਕ ਰਹਿੰਦੇ ਨੇ। ਇਹ ਤਾਂ ਪੂਰਾ ਅੰਕੜਾ ਹੈ, ਪਰ ਗੱਲ ਇਹ ਹੈ ਕਿ ਹੋਰ ਡੈਪਥ ਦੇ ਵਿੱਚ ਜਾਣ ਦੀ ਜ਼ਰੂਰਤ ਹੈ ਕਿ ਨਹੀਂ। ਠੀਕ ਹੈ, ਥੋੜਾ ਜਿਹਾ ਵੇਟ ਕਰੋ, ਮੈਂ ਇੱਕ ਵਾਰ ਸਾਰੇ ਦਾ ਰੁਕ ਕਰ ਲਵਾਂ। ਤੁਹਾਡੀ ਸਟੇਟਮੈਂਟ ਨਾਲ ਬੜੀਆਂ ਚੀਜ਼ਾਂ ਕਲੀਅਰ ਹੋ ਰਹੀਆਂ ਨੇ ਕਿ ਕਾਂਗਰਸ ਕਿਸ ਲਾਈਨ ਦੇ ਨਾਲ ਚਾਹੁੰਦੀ ਹੈ ਕਿ ਇਹ ਹੋਵੇ। ਮੈਂ ਇਸ ਕਰਕੇ ਇੱਕ ਵਾਰ ਸਾਰੇ ਦਾ ਰੁਕ ਕਰ ਲਵਾਂ। ਨਾਰੰਗ ਸਾਹਿਬ, ਦੇਖੋ ਗੌਰਵ ਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਇਹਨਾਂ ਦੀ ਗੱਲ ਨੂੰ, ਇਹਨਾਂ ਦੇ ਲੀਡਰ ਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ। ਉਹਨਾਂ ਨੇ ਤੁਹਾਨੂੰ ਆਪਣਾ ਅਕਾਲੀ ਦਲ ਦੇ ਪ੍ਰਵਕਤਾ ਨੇ ਵੀ ਦੱਸਿਆ ਵੀ ਇਹਨਾਂ ਦੇ ਆਪਸ ਦੇ ਵਿੱਚ ਹੀ ਰੱਸਾਕਸ਼ੀ ਚੱਲੀ ਹੋਈ ਆ ਕਿ ਅਰਵਿੰਦ ਕੇਜਰੀਵਾਲ ਨੂੰ ਨੇਤਾ ਮੰਨਣਾ, ਕਿ ਆਪਾਂ ਰਾਹੁਲ ਗਾਂਧੀ ਨੂੰ ਨੇਤਾ ਮੰਨਣਾ, ਕਿ ਆਪਾਂ ਨਿਤੀਸ਼ ਕੁਮਾਰ ਨੂੰ ਚਲੋ ਨਾਰੰਗ ਸਾਹਿਬ, ਮੈਂ ਮਾਫੀ ਚਾਹ ਰਿਹਾ ਵਿਚਾਲੇ ਰੋਕ ਰਿਹਾ। ਦੇਖੋ, ਪੋਲੀਟੀਕਲ ਟਿੱਪਣੀਆਂ ਤੋਂ ਅੱਗੇ ਤਾਂ ਆਪਾਂ ਨੂੰ ਵਧਣਾ ਹੋਏਗਾ ਡਿਬੇਟ ਦੇ ਵਿੱਚ ਨਾ। ਮੇਰਾ ਸਵਾਲ ਇਹ ਹੈ ਕਿਉਂਕਿ ਇਸ ਨੂੰ ਸਿੱਧੇ ਤੌਰ ਦੇ ਉੱਤੇ ਤੁਸੀਂ ਮੰਨੋ ਨਾ ਮੰਨੋ, ਪਰ ਇਹ ਇਲਜ਼ਾਮ ਲੱਗਦੇ ਨੇ ਕਿ ਜੇ ਬੀਜੇਪੀ ਹਿੰਦੂਤਵ ਦਾ ਕਾਰਡ ਨਾਲ ਇਲੈਕਸ਼ਨ ਦੇ ਵਿੱਚ ਜਾਂਦੀ ਹੈ ਤਾਂ ਉਸ ਦੇ ਤੋੜ ਦੇ ਰੂਪ ਦੇ ਵਿੱਚ ਇਸ ਨੂੰ ਕਾਸਟ ਕਾਰਡ ਕਿਹਾ ਜਾ ਰਿਹਾ ਹੈ। ਦੇਖੋ ਗੌਰਵ ਜੀ, ਮੈਂ ਕਿਸੇ ਕਾਸਟਿਜ਼ਮ ਦੇ ਵਿੱਚ ਨਾ ਵਿਸ਼ਵਾਸ ਕਰਦਾ ਤੇ ਨਾ ਆਪਾਂ ਕਾਸਟਿਜ਼ਮ ਦੀ ਇੱਥੇ ਕੋਈ ਗੱਲ ਕਰਨੀ ਆ। ਮੋਦੀ ਸਰਕਾਰ ਦਾ ਬੜਾ ਇੱਕ ਕਲੀਅਰ ਏਜੰਡਾ ਹੈ, ਸਭ ਕਾ ਸਾਥ, ਸਭ ਕਾ ਵਿਸ਼ਵਾਸ ਔਰ ਸਭ ਕਾ ਵਿਕਾਸ। ਔਰ ਉਹਦੇ ਵਿੱਚ ਸਾਰੇ ਹੀ ਆ ਜਾਂਦੇ ਨੇ। ਹੁਣ ਜਿਹੜੀ ਤੁਸੀਂ ਗੱਲ ਕੀਤੀ, ਤੁਸੀਂ ਕਹਿ ਰਹੇ ਹੋ ਵੀ ਇਸ ਤੋਂ ਬਾਅਦ ਹੀ ਗੱਲ ਕਰੀ, ਚਲੋ ਆਪਾਂ ਇਸ ਟੌਪਿਕ ਤੇ ਹੀ ਗੱਲ ਕਰ ਲੈਂਦੇ ਆ। ਇਹ ਸਿਰਫ ਇੱਕ ਰਾਜਨੀਤੀ ਕੀਤੀ ਜਾ ਰਹੀ ਆ ਕਾਂਗਰਸ ਵੱਲੋਂ। ਉਹਦੇ ਦੋ ਕਾਰਨ ਆ ਕਿ ਇੱਕ ਤਾਂ ਇਹਨਾਂ ਸਟੇਟਾਂ 'ਚ, ਕੁਝ ਸਟੇਟਾਂ 'ਚ ਇਲੈਕਸ਼ਨ ਆ ਰਹੇ ਨੇ, ਕੁਝ ਕਾਂਗਰਸ ਨੂੰ ਇਹ ਲੱਗਦਾ ਕਿ ਜਾਤੀ ਦੇ ਆਧਾਰ ਤੇ ਦੇਸ਼ ਨੂੰ ਵੰਡ ਕੇ ਇਹ ਲੋਕ ਦੁਬਾਰਾ ਸੱਤਾ ਦੇ ਵਿੱਚ ਆ ਜਾਣਗੇ। ਔਰ ਉਹਦੇ ਵਿੱਚ ਕੁਝ ਪਾਰਟੀਆਂ ਇਹਨਾਂ ਨੂੰ ਸਪੋਰਟ ਕਰੀ। ਆਪਾਂ ਕੰਗ ਸਾਹਿਬ ਨੂੰ ਸੁਣਿਆ, ਉਹ ਵੀ ਇਹਨਾਂ ਦੇ ਸਪੋਰਟਰ ਨੇ। ਤੇ ਕਿਉਂਕਿ ਹੈ ਤਾਂ ਇਹਨਾਂ ਦਾ ਹਿਡਨ ਅਲਾਈਅੰਸ ਆ। ਨਹੀਂ, ਤੁਸੀਂ ਬਿਲਕੁਲ ਸਿਰੇ ਤੋਂ ਖਾਰਿਜ ਕਰ ਰਹੇ ਹੋ ਕਿ ਨਹੀਂ ਜ਼ਰੂਰਤ ਦੇਸ਼ ਦੇ ਵਿੱਚ ਕਾਸਟ ਬੇਸਡ ਕਿਸੇ ਵੀ ਸਰਵੇ ਦੀ। ਮੈਂ ਇਹ ਕਹਿ ਰਿਹਾ ਗੌਰਵ ਜੀ, ਇਹ ਕਰਵਾਉਣਾ ਕੇਂਦਰ ਸਰਕਾਰ ਦਾ ਕੰਮ ਆ। ਜਦੋਂ ਚਲੋ ਕੇਂਦਰ ਕਰਵਾ ਲੇ ਸਰ, ਕਰਵਾਵੇ ਤਾਂ ਕੋਈ ਵੀ ਗੱਲ ਇਹ ਹੈ ਕਿ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਅੱਜ ਡਿਬੇਟ ਤਾਂ ਇਸ ਦੇ ਉੱਪਰ ਹੈ। ਗੱਲ ਕੰਪਲੀਟ ਕਰ ਲੈਂਦੇ ਨਾ, ਹੱਥ ਨੂੰ ਹਰ ਸਵਾਲ ਦਾ ਜਵਾਬ ਮਿਲੇਗਾ ਜੀ। ਇਹ ਕਰਾਣਾ ਕੇਂਦਰ ਸਰਕਾਰ ਦਾ ਕੰਮ ਆ। ਜਦੋਂ ਡਿਊ ਹੋਏਗੀ ਕੇਂਦਰ ਸਰਕਾਰ ਕਰਾਏਗੀ। ਜੋ ਉਸ ਵੇਲੇ ਦੀ ਕੇਂਦਰ ਸਰਕਾਰ ਫੈਸਲਾ ਲਏਗੀ ਉਹਦੇ ਮੁਤਾਬਕ ਹੀ ਸਾਡਾ ਸਟੈਂਡ ਹੋਏਗਾ। ਅੱਜ ਮੈਂ ਇਸ ਮਸਲੇ ਤੇ ਤੁਹਾਨੂੰ ਕੋਈ ਕਮੈਂਟ ਨਹੀਂ ਕਰ ਸਕਦਾ।
ਅਸੀਂ ਗਰੀਬਾਂ ਦੇ ਵਿਕਾਸ ਲਈ ਆ, ਅਸੀਂ ਸਾਰੀ ਜਾਤੀਆਂ ਦੇ ਗਰੀਬਾਂ ਦੇ ਵਿਕਾਸ ਦੇ ਲਈ ਕੰਮ ਕਰਨਾ ਹੈ। ਉਹਦਾ ਕੋਈ ਜੇ ਕੋਈ ਸੈਂਟਰ ਦੀ ਸਕੀਮ ਚੱਲਦੀ ਹੈ ਤੇ ਉਹ ਜਿਹੜਾ ਨਿਰਧਨ ਹੈ ਉਹਦੇ ਲਈ ਆ। ਉਹ ਨਿਰਧਨ ਚ ਉਹਦੀ ਆਪਾਂ ਕਾਸਟ ਨਹੀਂ ਦੇਖਣੀ ਕਿ ਆਹ ਵਾਲੇ ਕਾਸਟ ਵਾਲੇ ਨਿਰਧਨ ਨੂੰ ਦੇਣੀ ਹੈ ਜਾਂ ਆਹ ਵਾਲੇ ਕਾਸਟ ਵਾਲੇ ਨਿਰਧਨ ਨੂੰ ਦੇਣੀ ਆ। ਉੱਚ ਸ਼੍ਰੇਣੀ ਦੇ ਵਿੱਚ ਸਵਰਨਾਂ ਦੇ ਵਿੱਚ ਵੀ ਕਈ ਲੋਕ ਨੇ ਜਿਨ੍ਹਾਂ ਨੂੰ ਸ਼ਾਮ ਦੀ ਰੋਟੀ ਬੜੀ ਮੁਸ਼ਕਲ ਹੁੰਦੀ ਹੈ। ਤੇ ਇਸ ਹਿੱਸੇ ਤੇ ਜਦ ਕਿ ਜਿਹੜਾ ਪ੍ਰੈਰੋਗੇਟਿਵ ਵੀ ਕੇਂਦਰ ਸਰਕਾਰ ਦਾ ਹੈ, ਜਿਹੜੀ ਇਹ ਗਵਰਨਮੈਂਟ ਕਰਵਾ ਰਹੀ ਹੈ, ਔਰ ਜੋ ਰਾਹੁਲ ਗਾਂਧੀ ਜੀ ਦੇਸ਼ 'ਚ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਕੋਈ ਛੋਟੀ ਪਾਰਟੀਆਂ ਦਾ ਸਮਰਥਨ ਮਤਲਬ ਤੁਹਾਨੂੰ ਲੱਗਦਾ ਕਿ ਕੋਈ ਡੈਂਟ ਨਹੀਂ ਹੋਏਗਾ ਤੁਹਾਨੂੰ ਇਸ ਪੂਰੇ ਫਾਰਮੂਲੇ ਦੇ ਨਾਲ? ਠੀਕ ਹੈ ਸਰ, ਮੈਂ ਤੁਹਾਡੇ ਕੋਲ ਆਣਾ ਵਾਪਸ। ਤੁਸੀਂ ਮੇਰੇ ਮੂੰਹ 'ਚ ਵਰਡ ਨਾ ਪਾਓ, ਮੈਂ ਤਾਂ ਆਪਣੀ ਗੱਲ ਕੰਪਲੀਟ ਕਰ ਰਿਹਾ ਕਿ ਜੋ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਦੇ 'ਚ ਕੁਝ ਛੋਟੀਆਂ ਪਾਰਟੀਆਂ ਸਮਰਥਨ ਕਰਦੀਆਂ ਦਿਖ ਰਹੀਆਂ ਨੇ। ਇਹਦੇ ਨਾਲ ਸਿਰਫ ਇਹ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦਾ ਮਾਹੌਲ ਪੈਦਾ ਕਰਕੇ ਦੇਸ਼ ਨੂੰ ਜਾਤੀਵਾਦ ਵੱਲ ਲਿਜਾਣਾ ਚਾਹੁੰਦੇ ਨੇ, ਕਿਉਂਕਿ ਇਸ ਵੇਲੇ ਜਿੰਨੀ ਵੀ ਇੰਡੀਆ ਅਲਾਈਅੰਸ ਦੇ ਵਿੱਚ ਪਾਰਟੀਆਂ ਨੇ, ਇਹਨਾਂ ਦਾ ਆਪਸ 'ਚ ਕਿਸੇ ਦਾ ਕੋਈ ਆਈਡੀਓਲੋਜੀ ਨਹੀਂ ਮਿਲਦੀ। ਸਿਰਫ ਔਰ ਸਿਰਫ ਇੱਕੋ ਹੀ ਆਈਡੀਓਲੋਜੀ ਮਿਲਦੀ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਅਸੀਂ 2024 ਚ ਪਾਵਰ ਦੇ ਵਿੱਚ ਆ ਜਾਈਏ। ਤੇ ਜਦੋਂ ਆਪਸ ਦੇ ਵਿੱਚ ਵਿਚਾਰਧਾਰਾ ਨਹੀਂ ਮਿਲਦੀ ਤੇ ਨਾ ਇਹ ਚੱਲਣਾ ਹੈ। ਔਰ ਜਿਹਨੂੰ ਜੋ ਲੱਗਦਾ ਹੈ ਦੇਸ਼ ਦੇ ਵਿੱਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਕਾਸਟਿਜ਼ਮ ਦੇ ਨਾਲ, ਕੋਈ ਆਪਣੇ ਬਿਆਨਾਂ ਦੇ ਨਾਲ। ਆਪਾਂ ਸਾਊਥ 'ਚ ਦੇਖਦੇ ਹਾਂ ਸਨਾਤਨ ਤੇ ਗੱਲਾਂ ਆ ਜਾਂਦੀਆਂ ਨੇ।